Hello, dear students. How are you? I hope you are doing well at your homes. So, before starting this video lecture, please subscribe our channel and press icon of bell. So, let us start the video lecture. Class 8th. Name of this chapter is our national symbols. ਸਟੂਡੈਂਟਸ ਜਿਹੜੇ ਸਾਡੇ ਨੈਸ਼ਨਲ ਸਿੰਬਲਸ ਨੇ ਸਾਡੇ ਇਸ ਕੰਟਰੀ ਦੇ ਇੰਡੀਆ ਦੇ ਉਹਨਾਂ ਦੇ ਬਾਰੇ ਅਸੀਂ ਜਾਣਨਾ ਇਸ ਚੈਪਟਰ ਦੇ ਵਿੱਚੋਂ। ਸੋ ਸਟਾਰਟ ਕਰਦੇ ਹਾਂ ਲੈਸਨ ਨੰਬਰ 5 ਆਫ ਕਲਾਸ 8th ਆਫ ਪੰਜਾਬ ਸਕੂਲ ਐਜੂਕੇਸ਼ਨ ਬੋਰਡ our national symbols. Every independent country of the world has some national symbols of its own. ਹਰ ਦੇਸ਼ ਦੇ ਆਪਣੇ ਇਸ ਸੰਸਾਰ ਦੇ ਜਿੰਨੇ ਵੀ ਦੇਸ਼ ਨੇ ਉਹਦਾ ਕੋਈ ਨਾ ਕੋਈ ਕਹਿੰਦੇ ਆ ਕਿ ਆਪਣਾ ਨੈਸ਼ਨਲ ਸਿੰਬਲ ਜਿਹੜਾ ਉਹ ਜ਼ਰੂਰ ਹੁੰਦਾ। ਠੀਕ ਹੈ ਜੀ, ਨੈਸ਼ਨਲ ਸਿੰਬਲ ਜਿਹੜੇ ਆ ਉਹ ਜ਼ਰੂਰ ਹੁੰਦੇ ਆ, ਰਾਸ਼ਟਰੀ ਨਿਸ਼ਾਨ ਜਿਹਨੂੰ ਕਿਹਾ ਜਾਂਦਾ। ਦੀ ਸਿੰਬਲਸ ਇੰਸਪਾਇਰ ਸਾਨੂੰ ਇੰਸਪਾਇਰ ਕਰਦੇ ਆ ਐਂਡ ਯੂਨਾਈਟ ਇਟਸ ਪੀਪਲਸ ਇੰਸਪੀਰੇਸ਼ਨ ਪ੍ਰੇਰਿਤ ਕਰਦੇ ਆ ਅਤੇ ਲੋਕਾਂ ਨੂੰ ਇਕੱਠੇ ਰੱਖਦੇ ਆ। ਇਹ ਸਿੰਬਲ ਜਿਹੜੇ ਹੁੰਦੇ ਆ they stand for the various cultural features and values of that nation. ਇਹ ਜਿਹੜੇ ਸਿੰਬਲ ਹੁੰਦੇ ਆ ਇਹ ਉਸ ਦੇਸ਼ ਦੀਆਂ ਜਿੰਨੀਆਂ ਉਹਨਾਂ ਦੀਆਂ ਕਦਰਾਂ ਕੀਮਤਾਂ ਨੇ ਜਾਂ ਕਲਚਰਲ ਆਫ ਫੀਚਰ ਨੇ ਜਿਹੜੇ ਉਹਨਾਂ ਦੇ ਵੇਰੀਅਸ ਕਲਚਰਲ ਫੀਚਰ ਨੇ ਜਿਹੜੇ ਕਿਸੇ ਦੇਸ਼ ਦੇ ਸੱਭਿਆਚਾਰ ਦੇ ਜਿਹੜੇ ਵਿਭਿੰਨਤਾਵਾਂ ਨੇ ਉਹਨਾਂ ਚੀਜ਼ਾਂ ਨੂੰ ਦੇਸ਼ ਦੀਆਂ ਕਦਰਾਂ ਕੀਮਤਾਂ ਨੂੰ ਦਰਸਾਉਂਦੇ ਆ। These symbols play an important role in motivating the people of the nation to work together. ਇਹ ਜਿਹੜੇ ਸਿੰਬਲ ਹੁੰਦੇ ਨੇ ਇਹ ਲੋਕਾਂ ਨੂੰ ਕਿਸੇ ਦੇਸ਼ ਦੇ ਲੋਕਾਂ ਨੂੰ ਇਕੱਠਿਆਂ ਕੰਮ ਕਰਨ ਦੇ ਵਿੱਚ ਦੇ ਲਈ ਮੋਟੀਵੇਟ ਕਰਨ ਦੇ ਵਾਸਤੇ ਉਹਦੇ ਵਿੱਚ ਇੱਕ ਇੰਪੋਰਟੈਂਟ ਰੋਲ ਅਦਾ ਕਰਦੇ ਨੇ, ਲੋਕਾਂ ਨੂੰ ਪ੍ਰੇਰਿਤ ਕਰਦੇ ਨੇ ਕਿ ਲੋਕ ਇਕੱਠੇ ਹੋ ਕੇ ਕੰਮ ਕਰਨ। ਇਸ ਚੀਜ਼ ਦੇ ਲਈ ਉਹ ਇਹ ਸਿੰਬਲ ਜਿਹੜੇ ਨੇ ਮੋਟੀਵੇਟ ਮਤਲਬ ਉਹਨਾਂ ਨੂੰ ਉਤਸ਼ਾਹ ਦਿੰਦੇ ਨੇ। ਦੇ ਕੌਨਸਟੈਂਟਲੀ ਰਿਮਾਈਂਡ ਦਾ ਪੀਪਲ ਆਫ ਦੇਅਰ ਗ੍ਰੇਟ ਕਲਚਰਲ ਐਂਡ ਨੈਸ਼ਨਲ ਵੈਲਿਊਜ਼। ਇਹ ਲੋਕਾਂ ਨੂੰ ਉਹਨਾਂ ਦੇ ਦੇਸ਼ ਦੀਆਂ ਜਿਹੜੀਆਂ ਗ੍ਰੇਟ ਸੱਭਿਆਚਾਰਕ ਵੈਲਿਊਜ਼ ਨੇ ਜਾਂ ਨੈਸ਼ਨਲ ਵੈਲਿਊਜ਼ ਨੇ, ਕਦਰਾਂ ਕੀਮਤਾਂ ਨੇ, ਉਹਨਾਂ ਦੇ ਬਾਰੇ ਇਹ ਹਮੇਸ਼ਾ ਯਾਦ ਕਰਾਉਂਦੇ ਰਹਿੰਦੇ ਆ। ਸੋ ਦ ਨੈਸ਼ਨਲ ਸਿੰਬਲਸ ਆਫ ਆਵਰ ਕੰਟਰੀਜ਼ ਆਰ ਸਾਡੇ ਦੇਸ਼ ਦੇ ਇੰਡੀਆ ਦੇ ਜਿਹੜੇ ਇਹ ਨੈਸ਼ਨਲ ਸਿੰਬਲ ਨੇ ਉਹ ਹੇਠ ਲਿਖੇ ਨੇ, ਤੁਸੀਂ ਦੇਖੋ ਕਿਹੜੇ ਕਿਹੜੇ ਨੇ। ਫਿਰ ਆਪਾਂ ਇਹਨਾਂ ਦੇ ਬਾਰੇ ਬਰੀਫ ਡਿਸਕਸ਼ਨ ਛੋਟੀ ਛੋਟੀ ਜਾਣਕਾਰੀ ਲਵਾਂਗੇ। ਫਸਟ ਹੈ ਆਵਰ ਨੈਸ਼ਨਲ ਫਲੈਗ ਦੈਟ ਇਜ਼ ਟ੍ਰਾਈਕਲਰ ਜਾਂ ਤਿਰੰਗਾ ਬੋਲਦੇ ਨੇ, ਆਪਾਂ ਸਾਰੇ ਜਾਣਦੇ ਤਿਰੰਗਾ ਦੇ ਬਾਰੇ। ਤਿਰੰਗਾ ਜਿਹੜਾ ਸਾਡਾ ਨੈਸ਼ਨਲ ਫਲੈਗ ਆ, ਰਾਸ਼ਟਰੀ ਝੰਡਾ ਬੋਲਦੇ ਨੇ ਪੰਜਾਬੀ 'ਚ। ਆਵਰ ਨੈਸ਼ਨਲ ਐਂਬਲਮ ਇਜ਼ ਜਿਹੜਾ ਹੈਗਾ ਸ਼ੇਰ ਆ, ਜਿਹੜੇ ਇਹ ਵਾਲੇ ਤੁਸੀਂ ਦੇਖ ਰਹੇ ਹੋ, ਅਸ਼ੋਕ ਦਾ ਨਿਸ਼ਾਨ ਜਿਹੜੇ ਸਤੂਪ ਸੀਗੇ ਸਾਰਨਾਥ ਦੇ ਵਿੱਚ ਬਣਾਏ 4 ਸ਼ੇਰ, ਇਹ ਸਾਡਾ ਨੈਸ਼ਨਲ ਐਂਬਲਮ ਆ, ਜਿਹਦੀ ਸਰਕਾਰੀ ਜਿਹਨੂੰ ਮੋਹਰ ਕਹਿ ਦਿੰਦੇ ਆ ਉਹਦੇ ਵਿੱਚ ਵੀ ਇਹ ਸ਼ੇਰ ਜਿਹੜੇ ਆ ਇਹਨਾਂ ਦੀ ਫੋਟੋ ਲੱਗਦੀ ਆ। ਆਵਰ ਨੈਸ਼ਨਲ ਐਂਥਮ ਸਾਡਾ ਜਿਹੜਾ ਨੈਸ਼ਨਲ ਐਂਥਮ ਆ ਉਹ ਜਨ ਗਣ ਮਨ, ਜਨ ਗਣ ਮਨ ਜਿਹੜਾ ਉਹ ਸਾਡਾ ਨੈਸ਼ਨਲ ਐਂਥਮ ਹੈ। ਨੈਕਸਟ ਹੈ ਆਵਰ ਨੈਸ਼ਨਲ ਸੌਂਗ ਵੰਦੇ ਮਾਤਰਮ। ਦੋਵੇਂ ਚੀਜ਼ਾਂ ਹਮੇਸ਼ਾ ਯਾਦ ਰੱਖਣੀਆਂ। ਨੈਸ਼ਨਲ ਸੌਂਗ ਜਿਹੜਾ ਉਹ ਨੈਸ਼ਨਲ ਐਂਥਮ ਨਹੀਂ ਆ, ਅਤੇ ਜਿਹੜਾ ਨੈਸ਼ਨਲ ਐਂਥਮ ਆ ਉਹ ਨੈਸ਼ਨਲ ਸੌਂਗ ਨਹੀਂ ਆ। ਨੈਸ਼ਨਲ ਐਂਥਮ ਇਜ਼ ਜਨ ਗਣ ਮਨ ਐਂਡ ਨੈਸ਼ਨਲ ਸੌਂਗ ਇਜ਼ ਵੰਦੇ ਮਾਤਰਮ। ਆਵਰ ਨੈਸ਼ਨਲ ਐਨੀਮਲ ਕੀ ਆ? ਸ਼ੇਰ, ਟਾਈਗਰ। ਅਤੇ ਨੈਸ਼ਨਲ ਬਰਡ ਕੀ ਹੈ? ਮੋਰ, ਪੀਕੌਕ। ਐਂਡ ਨੈਸ਼ਨਲ ਫਲਾਵਰ ਕੀ ਹੈ? ਕਮਲ ਦਾ ਫੁੱਲ ਜਾਂ ਲੋਟਸ। ਸੋ 7 ਜਿਹੜੇ ਨੇ ਇਹ ਮੰਨੇ ਗਏ ਨੇ ਸਾਡੇ ਨੈਸ਼ਨਲ ਸਿੰਬਲਸ ਆਫ ਆਵਰ ਕੰਟਰੀ। ਇਹਨਾਂ ਦੀ ਆਪਾਂ ਬਰੀਫ ਜਿਹੜੀ ਜਾਣਕਾਰੀ ਆ ਉਹ ਨੈਕਸਟ ਆਪਾਂ ਲੈਂਦੇ ਆ। ਫਸਟ ਕਹਿੰਦੇ ਆ ਕਿ ਆਵਰ ਨੈਸ਼ਨਲ ਫਲੈਗ ਜਿਹੜਾ ਵਾ ਇਜ਼ ਕਾਲਡ ਦਾ ਤਿਰੰਗਾ ਔਰ ਦਾ ਟ੍ਰਾਈਕਲਰ। ਉਹਨੂੰ ਤਿਰੰਗਾ ਕਿਹਾ ਜਾਂਦਾ ਜਾਂ ਟ੍ਰਾਈਕਲਰ ਕਿਹਾ ਜਾਂਦਾ। ਕਿਉਂ? ਕਿਉਂਕਿ ਇਟ ਹੈਜ਼ 3 ਕਲਰਸ, ਕਿਉਂਕਿ ਇਹਦੇ 'ਚ 3 ਕਲਰਸ ਨੇ, 3 ਕਲਰਸ 3। ਪਹਿਲਾ ਸੈਫਰਨ, then white and last the green. The saffron is at the top
ਸੈਫਰਨ ਜਿਹੜਾ ਟੌਪ ਤੇ ਹੁੰਦਾ ਸਭ ਤੋਂ ਉੱਪਰ, ਦ ਗ੍ਰੀਨ ਇਜ਼ ਐਟ ਦਾ ਬਾਟਮ, ਗ੍ਰੀਨ ਕਲਰ ਜਿਹੜਾ ਝੰਡੇ ਦੇ ਵਿੱਚ ਨੈਸ਼ਨਲ ਜਿਹੜਾ ਸਾਡਾ ਫਲੈਗ ਆ ਉਹਦੇ ਵਿੱਚ ਸਭ ਤੋਂ ਬਾਟਮ ਤੇ ਹੁੰਦਾ, ਨੀਚੇ ਹੁੰਦਾ। ਬਿਟਵੀਨ ਦਾ ਸੈਫਰਨ ਐਂਡ ਦਾ ਗ੍ਰੀਨ ਦੇयर ਇਜ਼ ਦਾ ਵਾਈਟ ਕਲਰ। ਸੈਫਰਨ ਤੇ ਗ੍ਰੀਨ ਦੇ ਵਿਚਕਾਰ ਜਿਹੜਾ ਉਹ ਵਾਈਟ ਕਲਰ ਹੁੰਦਾ ਸਾਡੇ ਦੇਸ਼ ਦੇ ਨੈਸ਼ਨਲ ਫਲੈਗ ਦੇ ਅੰਦਰ। ਇਨ ਦਾ ਮਿਡਲ ਆਫ ਦਾ ਵਾਈਟ ਪਾਰਟ, ਉਸ ਜਿਹੜਾ ਵਾਈਟ ਪਾਰਟ ਆ ਉਹਦੇ ਮਿਡਲ ਦੇ ਵਿੱਚ ਦੇयर ਇਜ਼ ਨੇਵੀ ਬਲੂ ਵੀਲ, ਨੀਲੇ ਰੰਗ ਦਾ ਇੱਕ ਵੀਲ ਬਣਿਆ ਹੁੰਦਾ ਵਿੱਚ 24 ਸਪੋਕਸ, ਉਹਦੇ ਜਿਹੜੇ 24 ਉਹਦੇ ਅੰਦਰ ਪਿਲਰ ਹੁੰਦੇ ਆ ਉਸ ਪਹੀਏ ਦੇ ਅੰਦਰ, ਉਹ ਲੱਗੇ ਹੁੰਦੇ ਆ। ਇਟ ਵੀ ਕਾਲ ਇਟ ਦਾ ਅਸ਼ੋਕ ਚੱਕਰਾ, ਕਿਉਂਕਿ ਅਸ਼ੋਕ ਦੇ ਚੱਕਰ ਦੇ ਜਿਹੜਾ ਉਹਦਾ ਸ਼ੇਰ ਦਾ ਨਿਸ਼ਾਨ ਆ ਅਸ਼ੋਕ ਨੇ ਜਿਹੜੇ ਬਣਾਏ ਸੀਗੇ, ਜਿੱਥੇ ਮਹਾਤਮਾ ਬੁੱਧ ਨੇ ਆਪਣੇ ਪ੍ਰਵਚਨ ਦਿੱਤੇ ਸੀ, ਉੱਥੇ ਅਸ਼ੋਕ ਸਮਰਾਟ ਨੇ ਜਿਹੜੇ ਸਮਾਰਕ ਬਣਾਏ ਸੀਗੇ ਉਹਨਾਂ ਵਿੱਚੋਂ ਇਹਨੂੰ ਲਿਆ ਗਿਆ, ਇਸ ਕਰਕੇ ਉਹਨੂੰ ਅਸ਼ੋਕ ਚੱਕਰ ਬੋਲਦੇ ਆ। ਦ ਸੈਫਰਨ ਕਲਰ ਆਫ ਆਵਰ ਫਲੈਗ ਸਟੈਂਡਸ ਫਾਰ ਦਾ ਕਰੇਜ ਐਂਡ ਸੈਕਰੀਫਾਈਸ। ਜਿਹੜਾ ਸੈਫਰਨ ਕਲਰ ਆ, ਔਰੰਜ ਕਲਰ ਆ, ਕੇਸਰੀ ਰੰਗ ਜਿਹੜਾ ਸਾਡੇ ਫਲੈਗ ਦਾ, ਉਹ ਕਿਸ ਚੀਜ਼ ਨੂੰ ਰਿਫਲੈਕਟ ਕਰਦਾ? ਸਾਹਸ ਨੂੰ, ਹੌਸਲੇ ਨੂੰ, ਐਂਡ ਸੈਕਰੀਫਾਈਸ, ਕੁਰਬਾਨੀ ਨੂੰ। ਦ ਵਾਈਟ ਕਲਰ ਸਟੈਂਡਸ ਫਾਰ ਟਰੂਥ ਐਂਡ ਪੀਸ। ਤੇ ਜਿਹੜਾ ਵਾਈਟ ਕਲਰ ਸਾਡੇ ਫਲੈਗ ਦੇ ਅੰਦਰ ਆ ਉਹ ਸੱਚਾਈ ਨੂੰ ਤੇ ਸ਼ਾਂਤੀ ਨੂੰ ਸਟੈਂਡ ਕਰਦਾ, ਉਹਦਾ ਪ੍ਰਤੀਕ ਆ। ਦ ਗ੍ਰੀਨ ਸਟੈਂਡਸ ਫਾਰ ਫਰਟੀਲਿਟੀ ਐਂਡ ਪ੍ਰੋਸਪੈਰਿਟੀ। ਤੇ ਜਿਹੜਾ ਹਰਾ ਰੰਗ ਆ ਉਹ ਸਾਡੇ ਦੇਸ਼ ਦੀ ਉਪਜਾਊ ਸ਼ਕਤੀ ਤੇ ਖੁਸ਼ਹਾਲੀ ਨੂੰ ਜਿਹੜਾ ਉਹ ਰਿਫਲੈਕਟ ਕਰਦਾ ਜਾਂ ਉਹਦਾ ਉਹ ਪ੍ਰਤੀਕ ਆ। ਦ ਵੀਲ ਸਟੈਂਡਸ ਫਾਰ ਪੀਸਫੁਲ ਚੇਂਜ। ਜਿਹੜਾ ਉਹਦੇ ਅੰਦਰ ਵੀਲ ਆ ਝੰਡੇ ਦੇ ਅੰਦਰ, ਬਲੂ ਕਲਰ ਦਾ ਇੱਕ ਵੀਲ ਆ ਜਿਹਨੂੰ ਅਸ਼ੋਕ ਚੱਕਰਾ ਕਿਹਾ ਜਾਂਦਾ, ਉਹ ਪੀਸਫੁਲ ਚੇਂਜ ਜਿਹੜੀ ਆ ਉਹ ਹੋਪਫੁਲ ਫਿਊਚਰ ਜਿਹੜਾ ਉਹਨੂੰ ਰਿਫਲੈਕਟ ਕਰਦਾ। ਇਟ ਇਜ਼ ਅ ਸਿੰਬਲ ਆਫ ਆਵਰ ਐਂਸ਼ੀਐਂਟ, ਪੁਰਾਤਨ ਕਲਚਰ ਸਾਡਾ ਜਿਹੜਾ ਉਹਦਾ ਵੀ ਇਹ ਸਿੰਬਲ ਆ। ਦਸ ਆਵਰ ਟ੍ਰਾਈ ਕਲਰ ਇਜ਼ ਏ ਸਿੰਬਲ ਆਫ ਪੀਸ। ਇਸ ਤਰ੍ਹਾਂ ਕਹਿੰਦਾ ਸਾਡਾ ਜਿਹੜਾ ਤਿਰੰਗਾ ਵਾ ਉਹ ਸ਼ਾਂਤੀ ਦਾ ਪ੍ਰਤੀਕ ਆ, ਤਰੱਕੀ ਦਾ ਪ੍ਰਤੀਕ ਆ, ਪ੍ਰੋਗਰੈਸ ਐਂਡ ਹੋਪ ਫਾਰ ਦਾ ਫਿਊਚਰ, ਤੇ ਆਉਣ ਵਾਲੇ ਸਮੇਂ ਦੇ ਲਈ ਆਸ਼ਾ ਦਾ ਪ੍ਰਤੀਕ ਆ ਸਾਡਾ ਟ੍ਰਾਈ ਕਲਰ, ਸਾਡਾ ਤਿਰੰਗਾ। ਇਟ ਫਿਲਸ ਅਸ ਵਿਦ ਪ੍ਰਾਈਡ। ਸਾਨੂੰ ਇਹ ਮਾਣ ਦੇ ਨਾਲ ਭਰ ਦਿੰਦਾ, ਇਹਨੂੰ ਵੇਖ ਕੇ ਸਾਡਾ ਮਾਣ ਦੇ ਨਾਲ ਸਿਰ ਉੱਚਾ ਹੋ ਜਾਂਦਾ। ਇਟ ਰਿਮਾਈਂਡਸ ਅਸ ਆਫ ਦ ਗ੍ਰੇਟ ਸੈਕਰੀਫਾਈਸਿਸ ਆਫ ਦੋਜ਼ ਹੂ ਗॉट ਅਸ ਆਵਰ ਫਰੀडम। ਤੇ ਇਹ ਸਾਨੂੰ ਕੀ ਯਾਦ ਕਰਾਉਂਦਾ? ਆਫ ਦ ਗ੍ਰੇਟ ਸੈਕਰੀਫਾਈਸਿਸ, ਉਹਨਾਂ ਦੀਆਂ ਗ੍ਰੇਟ ਮਹਾਨ ਕੁਰਬਾਨੀਆਂ ਯਾਦ ਕਰਾਉਂਦਾ। ਕਿਹਨਾਂ ਦੀਆਂ? ਜਿਨ੍ਹਾਂ ਨੇ, ਉਹ ਦੋਜ਼ ਹੂ ਗॉट ਅਸ ਫਰੀडम, ਜਿਨ੍ਹਾਂ ਨੇ ਸਾਨੂੰ ਆਜ਼ਾਦੀ ਲੈ ਕੇ ਦਿੱਤੀ ਅੰਗਰੇਜ਼ਾਂ ਦੇ ਕੋਲੋਂ। ਵੀ ਸਲੂਟ ਆਵਰ ਨੈਸ਼ਨਲ ਫਲੈਗ। ਅਸੀਂ ਹਮੇਸ਼ਾ ਆਪਣੇ ਨੈਸ਼ਨਲ ਫਲੈਗ ਨੂੰ ਸਲੂਟ ਕਰਦੇ ਹਾਂ, ਉਹਦਾ ਸਤਿਕਾਰ ਕਰਦੇ ਹਾਂ। ਵੀ ਸਲੂਟ ਆਵਰ ਗ੍ਰੇਟ ਫਰੀडम ਫਾਈਟਰਸ। ਤੇ ਅਸੀਂ ਆਪਣੇ ਜਿਹੜੇ ਦੇਸ਼ ਦੇ ਮਹਾਨ ਆਜ਼ਾਦੀ ਦੇ ਘੁਲਾਟੀ ਜਿਹੜੇ ਆ ਉਹਨਾਂ ਨੂੰ ਹਮੇਸ਼ਾ ਸਲੂਟ ਕਰਦੇ ਹਾਂ, ਕਿਉਂਕਿ ਉਹਨਾਂ ਦੀ ਕੁਰਬਾਨੀ ਦੇ ਕਰਕੇ ਦੇਸ਼ ਨੂੰ ਆਜ਼ਾਦੀ ਮਿਲੀ। ਨੈਕਸਟ ਹੈ ਨੈਸ਼ਨਲ ਐਂਬਲਮ। ਨੈਸ਼ਨਲ ਐਂਬਲਮ ਇਜ਼ ਏ ਰੈਪਲਿਕਾ, ਜਿਹੜੀ ਬਿਲਕੁਲ ਹੂਬਹੂ ਕਾਪੀ ਜਿਹੜੀ ਆ ਕਾਹਦੀ ਆ? ਆਫ ਦਾ ਕੈਪੀਟਲ ਆਫ ਅਸ਼ੋਕਾਸ ਪਿਲਰਸ ਐਟ ਸਾਰਨਾਥ। ਜਿਹੜੇ ਸਾਰਨਾਥ ਦੇ ਵਿੱਚ ਅਸ਼ੋਕਾ ਨੇ ਪਿਲਰ ਬਣਾਏ ਸੀ, ਉਹਦੀ ਹੂਬਹੂ ਕਾਪੀ ਆ ਜਿਹੜੀ ਨੈਸ਼ਨਲ ਐਂਬਲਮ ਹੈ ਸਾਡਾ। ਇਟ ਵਾਜ਼ ਐਟ ਸਾਰਨਾਥ ਦਾ ਲਾਰਡ ਬੁੱਧਾ ਡਿਲੀਵਰਡ ਹਿਜ਼ ਫਸਟ ਸਰਮਨ ਆਫਟਰ ਹਿਜ਼ ਐਨਲਾਈਟਨਮੈਂਟ। ਜਦੋਂ ਮਹਾਤਮਾ ਬੁੱਧ ਨੂੰ ਗਿਆਨ ਦਾ ਚਾਨਣ ਹੋਇਆ ਸੀ, ਉਸ ਤੋਂ ਬਾਅਦ ਜਿਹੜਾ ਉਹਨੇ ਸਭ ਤੋਂ ਪਹਿਲਾ ਪ੍ਰਵਚਨ ਜਿਹੜਾ ਸਭ ਤੋਂ ਪਹਿਲਾਂ ਦਿੱਤਾ ਸੀ ਲਾਰਡ ਮਹਾਤਮਾ ਬੁੱਧ ਨੇ ਆਪਣੇ ਚੇਲਿਆਂ ਨੂੰ, ਉਹ ਸਾਰਨਾਥ ਦੇ ਵਿੱਚ ਦਿੱਤਾ ਸੀ। ਆਵਰ ਨੈਸ਼ਨਲ ਐਂਬਲਮ ਹੈਜ਼ ਟੂ ਪਾਰਟਸ, ਦਾ ਟੌਪ ਐਂਡ ਦਾ ਬੇਸ। ਤੇ ਜਿਹੜਾ ਸਾਡਾ ਨੈਸ਼ਨਲ ਐਂਬਲਮ ਆ ਉਹਦੇ ਟੂ ਪਾਰਟਸ ਨੇ, ਇੱਕ ਉਹਦਾ ਟੌਪ ਆ, ਦੈਟ ਸੈਕੰਡ ਵਨ ਇਜ਼ ਦਾ ਬੇਸ। ਦਾ ਟੌਪ ਹੈਜ਼ 4 ਲਾਈਨਸ। ਜਿਹੜਾ ਉੱਪਰਲਾ ਹਿੱਸਾ ਉਹਦੇ 4 ਲਾਈਨਸ ਨੇ, ਸ਼ੇਰ ਨੇ ਜਿਹੜੇ ਆਪਾਂ ਨੂੰ ਦਿਸਦੇ 3 ਨੇ, ਪਰੰਤੂ 4 ਆ, ਕਿਉਂਕਿ ਲਾਸਟ ਜਿਹੜਾ ਉਹ ਸ਼ੇਰ ਉਹਦਾ ਮੂੰਹ ਦੂਜੇ ਬੰਨੇ ਦਾ, ਇਸ ਕਰਕੇ ਉਹ ਸਾਨੂੰ ਦਿਸਦਾ ਨਹੀਂ। ਸਿਟਿੰਗ ਬੈਕ ਟੂ ਬੈਕ, ਸਾਰੇ ਸ਼ੇਰ ਜਿਹੜੇ ਇੱਕ ਦੂਜੇ ਦੇ ਨਾਲ ਪਿੱਠਾਂ ਜੋੜ ਕੇ ਬੈਠੇ ਆ। ਵਿਦ ਦੇਅਰ ਫੇਸਸ ਇਨ ਡਿਫਰੈਂਟ ਡਾਇਰੈਕਸ਼ਨਸ। ਤੇ ਉਹਨਾਂ ਦੇ ਜਿਹੜੇ ਚਿਹਰੇ ਆ ਉਹ ਡਿਫਰੈਂਟ ਡਾਇਰੈਕਸ਼ਨਸ ਦੇ ਵਿੱਚ ਆ, ਵੱਖ-ਵੱਖ ਦਿਸ਼ਾਵਾਂ ਦੇ ਵਿੱਚ ਉਹਨਾਂ ਚਾਰਾਂ ਸ਼ੇਰਾਂ ਦੇ। ਦਾ ਬੇਸ ਹੈਜ਼ ਏ ਹਾਰਸ ਔਨ ਦਾ ਲੈਫਟ। ਖੱਬੇ ਬੰਨੇ ਜਿਹੜਾ ਉਹਦਾ ਚੱਕਰ ਹੈ, ਜਿਹੜਾ ਉਹਦੇ ਖੱਬੇ ਬੰਨੇ ਇੱਕ ਘੋੜੇ ਦੀ ਬਣੀ ਹੋਈ ਆ ਬੇਸ ਦੇ ਅੰਦਰ, ਉੱਪਰਲਾ ਪਾਰਟ ਸ਼ੇਰਾਂ ਦਾ, ਨੀਚੇ ਵਾਲਾ ਬੇਸ ਜਿਹੜਾ ਵਾ ਉਹਦੇ ਖੱਬੇ ਬੰਨੇ ਹਾਰਸ ਇੱਕ ਸਾਈਡ ਤੇ, ਲੈਫਟ ਵਾਲੇ ਸਾਈਡ ਤੇ। ਇਹ ਵੀਲ ਇਨ ਦਾ ਮਿਡਲ, ਸੈਂਟਰ ਦੇ ਵਿੱਚ ਇੱਕ ਵੀਲ ਬਣਿਆ ਹੋਇਆ ਜਿਹਦਾ ਆਪਾਂ ਉੱਪਰ ਜ਼ਿਕਰ ਕੀਤਾ, ਜਿਹੜਾ ਸਾਡੇ ਤਿਰੰਗਾ ਦੇ ਵਿੱਚ ਵੀ ਹੈਗਾ, ਜਿਹਨੂੰ ਅਸ਼ੋਕ ਚੱਕਰਾ ਕਿਹਾ ਜਾਂਦਾ।
ਐਂਡ ਏ ਬੁੱਲ ਔਨ ਦਾ ਰਾਈਟ, ਤੇ ਰਾਈਟ ਸਾਈਡ ਤੇ ਜਿਹੜਾ ਇੱਕ ਬਲਦ ਦੀ ਫੋਟੋ ਉਹ ਮਤਲਬ ਉਕਰੀ ਹੋਈ ਹੈ ਉਹਦੇ ਉੱਪਰ। ਬਿਲੋ ਦੀਸ 3 ਫਿਗਰਸ, ਇਹਨਾਂ 3 ਫਿਗਰਸ ਦੇ ਨੀਚੇ ਦਾ ਵਰਡ ਸਤਿਆਮੇਵ ਜਯਤੇ, ਸਤਿਆਮੇਵ ਜਯਤੇ ਲਿਖਿਆ, ਜਿਹਦਾ ਮਤਲਬ ਹੈ ਟਰੁਥ ਅਲੋਨ ਟਰੰਪਸ ਆਰ ਇਨਸਕ੍ਰਾਈਬਡ, ਤੇ ਇਹ ਜਿਹੜੇ ਵਰਡ ਨੇ ਉਹਦੇ ਉੱਤੇ ਉਕਰੇ ਨੇ, ਜਿਹਦੀ ਮਤਲਬ ਇਹ ਆ ਸਤਿਆਮੇਵ ਜਯਤੇ ਦਾ ਕਿ ਹਮੇਸ਼ਾ ਸੱਚਾਈ ਦੀ ਹੀ ਜਿੱਤ ਹੋਵੇਗੀ। ਆਵਰ ਨੈਸ਼ਨਲ ਐਂਬਲਮ ਇਜ਼ ਆਲਸੋ ਦਾ ਸੀਲ ਆਫ ਦਾ ਗਵਰਨਮੈਂਟ ਆਫ ਇੰਡੀਆ, ਤੇ ਇਹ ਜਿਹੜਾ ਨੈਸ਼ਨਲ ਐਂਬਲਮ ਆ ਇਹ ਉਹਦੀ ਸੀਲ ਆ, ਮੋਹਰ ਆ ਸਾਡੀ ਗਵਰਨਮੈਂਟ ਆਫ ਇੰਡੀਆ ਦੀ ਇੱਕ ਮੋਹਰ ਆ, ਮੋਹਰ ਦਾ ਨਿਸ਼ਾਨ ਜਿਹੜਾ ਜਦੋਂ ਲੱਗਦਾ ਤੇ ਸ਼ੇਰਾਂ ਦਾ ਜਿਹੜੀ ਪਿਕਚਰ ਹੁੰਦੀ ਜਦੋਂ ਮੋਹਰ ਦੇ ਉੱਤੇ। ਵੀ ਹੈਵ ਇਟ ਔਨ ਆਲ ਆਵਰ ਕਰੰਸੀ, ਸਟੈਂਪ ਪੇਪਰਸ, revenue stamps, official direction documents, and all official publications। ਸਾਡੇ ਜਿਹੜੇ ਦੇਸ਼ ਦੀ ਕਰੰਸੀ ਆ ਜਾਂ ਸਟੈਂਪ ਪੇਪਰ ਆ, ਸਰਕਾਰੀ ਪੇਪਰ ਨੇ, ਸਟਾਂਪ ਪੇਪਰ ਨੇ, ਰੈਵਨਿਊ ਸਟੈਂਪਸ ਨੇ, ਜਿੰਨੀਆਂ ਵੀ ਮੋਹਰਾਂ ਨੇ, ਚਾਹੇ ਉਹ ਕਾਹੀ ਮੋਹਰ ਹੋਵੇ, ਡਾਕਖਾਨੇ ਦੀ ਮੋਹਰ ਹੋਵੇ, ਕੋਈ ਵੀ ਅਫੀਸ਼ੀਅਲ ਡਾਕੂਮੈਂਟ ਹੋਵੇ, ਐਂਡ ਆਲ ਅਫੀਸ਼ੀਅਲ ਪਬਲੀਕੇਸ਼ਨਸ, ਤੇ ਜਿੰਨੀਆਂ ਸਰਕਾਰੀ ਪਬਲੀਕੇਸ਼ਨ ਹੁੰਦੀਆਂ ਨੇ, ਅਖਬਾਰਾਂ ਹੋਣ ਚਾਹੇ ਜੋ ਵੀ ਹੋਵੇ, ਉਹਨਾਂ ਦੇ ਉੱਪਰ ਵੀ ਜਿਹੜੀ ਸ਼ੇਰ ਦੀ ਮੋਹਰ ਹੀ ਲੱਗਦੀ ਹੈ ਹਮੇਸ਼ਾ। ਇਟ ਵਾਜ਼ ਅਡੋਪਟਡ ਬਾਈ ਦਾ ਗਵਰਨਮੈਂਟ ਆਫ ਇੰਡੀਆ ਔਨ 26 ਜਨਵਰੀ 1950, 1950 ਦੀ 26 ਜਨਵਰੀ ਨੂੰ ਗਵਰਨਮੈਂਟ ਆਫ ਇੰਡੀਆ ਵੱਲੋਂ ਇਸ ਚੀਜ਼ ਨੂੰ ਅਡੋਪਟ ਕੀਤਾ ਗਿਆ ਸੀ ਐਜ਼ ਏ ਨੈਸ਼ਨਲ ਸਿੰਬਲ। ਨੈਕਸਟ ਇਜ਼ ਆਵਰ ਨੈਸ਼ਨਲ ਐਂਥਮ। ਜਿਹੜਾ ਨੈਸ਼ਨਲ ਐਂਥਮ ਹੈ ਸਾਡਾ ਉਹ ਹੈ ਜਨ ਗਣ ਮਨ। ਇਜ਼ ਅ ਸੌਂਗ ਦੈਟ ਇਜ਼ ਹਾਈਲੀ ਮੈਲੋਡੀਅਸ ਐਂਡ ਡੀਪਲੀ ਮੀਨਿੰਗਫੁਲ, ਜਿਹੜਾ ਬਹੁਤ ਸੰਗੀਤਮਈ ਤੇ ਡੂੰਘੇ ਮਤਲਬ ਵਾਲਾ ਸਾਡਾ ਇਹ ਜਿਹੜਾ ਸੌਂਗ ਆ, ਉਹਨੂੰ ਅਸੀਂ ਨੈਸ਼ਨਲ ਐਂਥਮ ਦੀ ਉਪਾਧੀ ਦਿੱਤੀ ਹੈ ਦੇਸ਼ ਨੇ। ਉਹ ਕੀ ਹੈ? ਜਨ ਗਣ ਮਨ। ਇਟ ਵਾਜ਼ ਰਿਟਨ ਐਂਡ ਕੰਪੋਜ਼ਡ ਬਾਈ ਰਵਿੰਦਰ ਨਾਥ ਟੈਗੋਰ। ਰਵਿੰਦਰ ਨਾਥ ਟੈਗੋਰ ਜਿਹੜੇ ਆ ਇੱਕ ਕਵੀ ਹੋਏ ਆ ਬੜੇ ਮਹਾਨ, ਉਹਨਾਂ ਨੇ ਇਸ ਸੌਂਗ ਨੂੰ ਲਿਖਿਆ ਤੇ ਕੰਪੋਜ਼ ਕੀਤਾ, ਮਤਲਬ ਉਹਨਾਂ ਨੇ ਇਹਦੀ ਇੱਕ ਧੁਨ ਜਾਂ ਤਰਜ਼ ਬਣਾਈ ਸੀ। ਹੀ ਵਾਜ਼ ਅ ਗ੍ਰੇਟ ਪੋਇਟ ਐਂਡ ਵਾਜ਼ ਅਵਾਰਡਡ ਦਾ ਨੋਬਲ ਪ੍ਰਾਈਜ਼ ਫਾਰ ਲਿਟਰੇਚਰ ਇਨ 1913। ਰਵਿੰਦਰ ਨਾਥ ਟੈਗੋਰ ਨੂੰ 1913 ਦੇ ਵਿੱਚ ਨੋਬਲ ਪ੍ਰਾਈਜ਼ ਜਿਹੜਾ ਮਿਲਿਆ ਸੀ, ਨੋਟ ਕਰ ਲਓ, ਨੋਬਲ ਪ੍ਰਾਈਜ਼ ਮਿਲਿਆ ਸੀ। ਇਹਨਾਂ ਦੀ ਇੱਕ ਬੁੱਕ ਸੀ ਕਵਿਤਾਵਾਂ ਦੀ, ਗੀਤਾਂਜਲੀ, ਗੀਤਾਂਜਲੀ, ਉਹਦੇ ਕਰਕੇ ਇਹਨਾਂ ਨੂੰ ਨੋਬਲ ਪ੍ਰਾਈਜ਼ ਮਿਲਿਆ ਸੀ। ਰਵਿੰਦਰ ਨਾਥ ਟੈਗੋਰ ਬੇਸਿਕਲੀ ਇਹ ਬੰਗਾਲੀ ਪੋਇਟ। ਸੋ ਬੰਗਾਲੀ ਪੋਇਟ ਨੇ ਇਹ ਲਿਖਿਆ ਜਨ ਗਣ ਮਨ, ਜਿਹਨੂੰ ਗਵਰਨਮੈਂਟ ਆਫ ਇੰਡੀਆ ਨੇ ਨੈਸ਼ਨਲ ਐਂਥਮ ਦੇ ਤੌਰ ਤੇ ਅਡੋਪਟ ਕੀਤਾ। ਆਵਰ ਨੈਸ਼ਨਲ ਐਂਥਮ ਇਜ਼ ਸੰਗ ਔਨ ਆਲ ਸੈਰੇਮੋਨੀਅਲ ਓਕੇਜ਼ਨਸ। ਇਹ ਜਿਹੜਾ ਨੈਸ਼ਨਲ ਐਂਥਮ ਆ, ਹਰ ਜਿਹੜੀ ਸਾਡੀ ਸੈਰੇਮਨੀ ਹੁੰਦੀ ਹੈ ਕੋਈ ਵੀ ਸਰਕਾਰੀ ਤੌਰ 'ਤੇ, ਉੱਥੇ ਇਹਨੂੰ ਗਾਇਆ ਜਾਂਦਾ। ਇਟ ਇਜ਼ ਆਲਸੋ ਸੰਗ ਐਟ ਦਾ ਟਾਈਮ ਆਫ ਮਾਰਨਿੰਗ ਪ੍ਰੇਅਰਸ ਇਨ ਆਵਰ ਐਜੂਕੇਸ਼ਨਲ ਇੰਸਟੀਟਿਊਸ਼ਨਸ। ਸਾਡੇ ਸਾਰੇ ਸਕੂਲਾਂ ਦੇ ਜਦੋਂ ਸਵੇਰੇ ਮਾਰਨਿੰਗ ਅਸੈਂਬਲੀ ਹੁੰਦੀ ਹੈ ਉਹਦੇ ਵਿੱਚ ਨੈਸ਼ਨਲ ਐਂਥਮ ਜਿਹੜਾ ਉਹ ਜ਼ਰੂਰ ਗਾਇਆ ਜਾਂਦਾ। ਇਟ ਗਿਵਜ਼ ਦਾ ਮੈਸੇਜ ਆਫ ਪੀਸ, ਪੇਸ਼ੈਂਸ, ਟੋਲਰੈਂਸ ਐਂਡ ਨੈਸ਼ਨਲ ਯੂਨਿਟੀ। ਇਹ ਕਿਸ ਚੀਜ਼ ਦਾ ਮੈਸੇਜ ਦਿੰਦਾ ਵਾ? ਸ਼ਾਂਤੀ ਦਾ ਮੈਸੇਜ ਦਿੰਦਾ ਵਾ, ਪੇਸ਼ੈਂਸ ਸਬਰ ਦਾ ਮੈਸੇਜ ਦਿੰਦਾ ਵਾ, ਟੋਲਰੈਂਸ ਸਹਿਣਸ਼ੀਲਤਾ ਦਾ ਮੈਸੇਜ ਦਿੰਦਾ ਵਾ, ਐਂਡ ਨੈਸ਼ਨਲ ਯੂਨਿਟੀ ਤੇ ਰਾਸ਼ਟਰੀ ਇਕੱਠ, ਰਾਸ਼ਟਰੀ ਏਕਤਾ ਦਾ ਜਿਹੜਾ ਉਹ ਮੈਸੇਜ ਦਿੰਦਾ। ਕੌਣ? ਆਵਰ ਨੈਸ਼ਨਲ ਐਂਥਮ। ਵੀ ਸ਼ੁੱਡ ਸਟੈਂਡ ਐਟ ਅਟੈਂਸ਼ਨ। ਸਾਨੂੰ ਉਦੋਂ ਸਾਵਧਾਨ ਖੜਨਾ ਚਾਹੀਦਾ। ਵੈਨ ਦਾ ਨੈਸ਼ਨਲ ਐਂਥਮ ਇਜ਼ ਬੀਇੰਗ ਪਲੇਡ ਔਰ ਸਨ। ਜਦੋਂ ਨੈਸ਼ਨਲ ਐਂਥਮ ਦਾ ਜਾਂ ਤਾਂ ਮਿਊਜ਼ਿਕ ਚੱਲ ਰਿਹਾ ਹੋਵੇ, ਪਲੇ ਹੋ ਰਿਹਾ ਹੋਵੇ, ਅਤੇ ਜਾਂ ਫਿਰ ਇਹ ਗਾਇਆ ਜਾ ਰਿਹਾ ਹੋਵੇ, ਉਦੋਂ ਸਾਨੂੰ ਸਾਵਧਾਨ ਪੋਜੀਸ਼ਨ ਦੇ ਵਿੱਚ ਖੜਨਾ ਚਾਹੀਦਾ। ਬੈਠਣਾ ਬਿਲਕੁਲ ਨਹੀਂ ਚਾਹੀਦਾ ਅਤੇ ਖੜ੍ਹ ਕੇ ਸਾਵਧਾਨ ਪੋਜੀਸ਼ਨ ਦੇ ਵਿੱਚ ਹਿੱਲਣਾ ਵੀ ਨਹੀਂ ਚਾਹੀਦਾ। ਨੈਕਸਟ ਇਜ਼ ਆਵਰ ਨੈਸ਼ਨਲ ਸੌਂਗ। ਸੋ ਦੋ ਗੱਲਾਂ ਯਾਦ ਰੱਖਣ ਵਾਲੀਆਂ, ਇੱਕ ਨੈਸ਼ਨਲ ਐਂਥਮ, ਦੂਸਰਾ ਨੈਸ਼ਨਲ ਸੌਂਗ। ਨੈਸ਼ਨਲ ਸੌਂਗ ਵੰਦੇ ਮਾਤਰਮ, ਨੈਸ਼ਨਲ ਐਂਥਮ ਜਿਹੜਾ ਉਹ ਹੈ ਜਨ ਗਣ ਮਨ। ਸੋ ਵੰਦੇ ਮਾਤਰਮ ਵਾਜ਼ ਰਿਟਨ ਬਾਏ ਬੰਕਿਮ ਚੰਦਰ ਚੈਟਰਜੀ। ਬੰਕਿਮ ਚੰਦਰ ਚੈਟਰਜੀ ਨੇ ਇੱਕ ਨਾਵਲ ਲਿਖਿਆ ਸੀ ਜਿਸ ਦਾ ਨਾਂ ਸੀ ਆਨੰਦ ਮਠ। ਆਨੰਦ ਮਠ ਦੇ ਵਿੱਚ ਇਹ ਸੌਂਗ ਸੀਗਾ ਵੰਦੇ ਮਾਤਰਮ।
ਵੰਦੇ ਮਾਤਰਮ ਉਹਦੇ ਨਾਵਲ ਦੇ ਵਿੱਚ ਇੱਕ ਸੌਂਗ ਸੀ ਜਿਹੜਾ ਇੰਨਾ ਪਾਪੂਲਰ ਹੋਇਆ ਕਿ ਜਦੋਂ ਆਜ਼ਾਦੀ ਦੇ ਘੁਲਾਟੀਏ ਗਾਉਂਦੇ ਸੀ ਤੇ ਉਹ ਇਸ ਸੌਂਗ ਨੂੰ ਗਾ ਕੇ ਇੰਸਪੀਰੇਸ਼ਨ ਮਿਲਦੀ ਸੀ ਉਹਨਾਂ ਨੂੰ, ਤਾਂ ਕਰਕੇ ਬਾਅਦ ਦੇ ਵਿੱਚ ਗੌਰਮੈਂਟ ਆਫ ਇੰਡੀਆ ਵੱਲੋਂ ਇਸ ਸੌਂਗ ਨੂੰ ਜਿਹੜਾ ਉਹ ਨੈਸ਼ਨਲ ਸੌਂਗ ਦਾ ਦਰਜਾ ਦਿੱਤਾ ਗਿਆ। ਦਾ ਸੌਂਗ ਇਜ਼ ਇਨ ਦਾ ਫਾਰਮ ਆਫ ਏ ਸਨਸ ਰਿਸਪੈਕਟਫੁਲ ਹੋਮੇਜ ਟੂ ਹਿਜ਼ ਮਦਰਲੈਂਡ। ਇਹ ਸੌਂਗ ਦੇ ਵਿੱਚ ਇੱਕ ਸਨ ਨੇ ਆਪਣੀ ਮਦਰਲੈਂਡ ਜਿਹੜੀ ਆ, ਧਰਤੀ ਮਾਂ ਜਿਹੜੀ ਆਪਣਾ ਦੇਸ਼ ਜਿਹੜਾ ਵਾ, ਭਾਰਤ ਮਾਤਾ ਜਿਹੜੀ ਆ, ਉਹਨੂੰ ਹੋਮੇਜ, ਉਹਨੂੰ ਸ਼ਰਧਾਂਜਲੀ ਭੇਟ ਕੀਤੀ ਆ ਡਿਊਰਿੰਗ ਦਾ ਸਟਰਗਲ ਫਾਰ ਇੰਡੀਆਜ਼ ਫਰੀਡਮ ਜਦੋਂ ਦੇਸ਼ ਦੀ ਆਜ਼ਾਦੀ ਦੀ ਲੜਾਈ ਦਾ ਸਟਰਗਲ ਚੱਲ ਰਿਹਾ ਸੀ, ਸੰਘਰਸ਼ ਚੱਲ ਰਿਹਾ ਸੀ, ਉਦੋਂ ਦਿਸ ਸੌਂਗ ਵਾਜ਼ ਏ ਸੋਰਸ ਆਫ ਗ੍ਰੇਟ ਇੰਸਪੀਰੇਸ਼ਨ ਫਾਰ ਆਵਰ ਗ੍ਰੇਟ ਫਰੀਡਮ ਫਾਈਟਰਸ। ਤੇ ਉਦੋਂ ਇਹ ਹੋਇਆ ਕਰਦਾ ਸੀ ਇੱਕ ਸੋਰਸ ਆਫ ਗ੍ਰੇਟ ਇੰਸਪੀਰੇਸ਼ਨ, ਮਤਲਬ ਬੜੀ ਪ੍ਰੇਰਨਾ ਦਾ ਇੱਕ ਵੱਡਾ ਸਾਧਨ ਹੋਇਆ, ਸੋਮਾ ਹੋਇਆ ਕਰਦਾ ਸੀਗਾ ਸਾਡੇ ਦੇਸ਼ ਦੇ ਆਜ਼ਾਦੀ ਦੇ ਯੋਧਿਆਂ ਦੇ ਵਾਸਤੇ। ਉਹ ਇਹ ਗੀਤ ਗਾਉਂਦੇ ਸੀ, ਉਹਨਾਂ ਨੂੰ ਜੋਸ਼ ਮਿਲਦਾ ਸੀ, ਹੌਸਲਾ ਮਿਲਦਾ ਸੀ। ਨੈਕਸਟ ਇਜ਼ ਆਵਰ ਨੈਸ਼ਨਲ ਐਨੀਮਲ, ਦੈਟ ਇਜ਼ ਟਾਈਗਰ। ਜਿਹੜਾ ਨੈਸ਼ਨਲ ਐਨੀਮਲ ਆ ਉਹ ਟਾਈਗਰ ਆ, ਸ਼ੇਰ ਆ। ਜਿਹੜੇ ਨੈਸ਼ਨਲ ਐਨੀਮਲ ਜਿਹੜਾ ਉਹ ਸ਼ੇਰ ਹੈ। ਦਿਸ ਐਨੀਮਲ ਇਜ਼ ਏ ਸਿੰਬਲ ਆਫ ਗ੍ਰੇਸ, ਸਟਰੈਂਥ, ਐਜਿਲਿਟੀ ਐਂਡ ਫੀਅਰਲੈਸਨੈਸ। ਇਹ ਜਿਹੜਾ ਐਨੀਮਲ ਆ ਕਾਹਦਾ ਸਿੰਬਲ ਆ? ਗ੍ਰੇਸ ਦਾ, ਸ਼ਹਾਨ ਜਿਹੜੀ ਇਹਦੀ ਹੈਗੀ ਆ, ਕੀ ਇਹਨੂੰ ਕਹਿੰਦੇ ਆ, ਖਾਸ ਉਹਦੀ ਗੱਲ ਜਿਹੜੀ ਆ, ਉਹਦੀ ਗ੍ਰੇਸ ਆ, ਜਿਹੜੀ ਉਹਦੀ ਟੌਰ ਆ, ਉਹ ਤਾਕਤ, ਸਪੀਡ ਤੇ ਨਿਡਰਤਾ, ਇਸ ਚੀਜ਼ ਦਾ ਜਿਹੜਾ ਉਹ ਪ੍ਰਤੀਕ ਆ ਨੈਸ਼ਨਲ ਐਨੀਮਲ ਜਿਹੜਾ ਟਾਈਗਰ। ਉਹ ਸਿੰਸ ਨਵੰਬਰ 1972 ਤੋਂ ਦਾ ਟਾਈਗਰ ਹੈਜ਼ ਬੀਨ ਅਡੋਪਟਡ ਐਜ਼ ਆਵਰ ਨੈਸ਼ਨਲ ਐਨੀਮਲ। ਸੋ ਨੈਸ਼ਨਲ ਐਨੀਮਲ ਜਿਹੜਾ ਸ਼ੇਰ ਆ ਉਹਨੂੰ ਨਵੰਬਰ 1972 ਤੋਂ ਅਡੋਪਟ ਕੀਤਾ ਗਿਆ ਐਜ਼ ਏ ਨੈਸ਼ਨਲ ਐਨੀਮਲ। ਨੈਕਸਟ ਹੈ ਆਵਰ ਨੈਸ਼ਨਲ ਬਰਡ। ਆਵਰ ਨੈਸ਼ਨਲ ਬਰਡ ਇਜ਼ ਦਾ ਪੀਕੌਕ। ਮੋਰ ਜਿਹੜਾ ਉਹ ਸਾਡਾ ਨੈਸ਼ਨਲ ਬਰਡ ਆ। ਦਿਸ ਬਰਡ ਇਜ਼ ਡੀਪਲੀ ਲਵਡ ਫਾਰ ਇਟਸ ਲਵਲੀ ਐਂਡ ਕਲਰਫੁਲ ਪਲਮੇਜ ਐਂਡ ਫਾਰ ਇਟਸ ਗ੍ਰੇਸਫੁਲ ਡਾਂਸ। ਇਹਦੀ ਜਿਹੜੀ ਖੰਭ ਆ, ਇਹਦੇ ਜਿਹੜੇ ਖੰਭਾਂ ਦਾ ਰੰਗਦਾਰ ਖੰਭ ਨੇ ਜਿਹੜੇ ਮੋਰ ਦੇ, ਉਹਨਾਂ ਨੂੰ ਲੈ ਕੇ ਬੜਾ ਸੋਹਣਾ ਲੱਗਦਾ। ਐਂਡ ਫਾਰ ਇਟਸ ਗ੍ਰੇਸਫੁਲ ਡਾਂਸ, ਜਿਹੜਾ ਇਹਦਾ ਬਹੁਤ ਸੁੰਦਰ ਡਾਂਸ ਹੁੰਦਾ ਨਾ, ਜਿਹੜਾ ਉਹ ਜਿਹਨੂੰ ਆਪਾਂ ਕਹਿੰਦੇ ਨੇ ਮੋਰ ਪਹਿਲਾਂ ਪਾਉਂਦਾ, ਜਦੋਂ ਉਹ ਪਹਿਲਾਂ ਪਾਉਣੀਆਂ, ਅਤੇ ਇਹਦੇ ਰੰਗ ਬਰੰਗੇ ਖੰਭ ਜਿਹੜੇ ਆ, ਇਹਨਾਂ ਕਰਕੇ ਸਾਰੇ ਨੂੰ ਇਸ ਪੰਛੀ ਨੂੰ, ਇਸ ਜਾਨਵਰ ਨੂੰ, ਪੰਛੀ ਨੂੰ ਬਹੁਤ ਪਿਆਰ ਕਰਦੇ ਆ। ਸਿੰਸ 1963 ਮੋਰ ਨੂੰ 1963 ਦੇ ਵਿੱਚ ਇਟ ਹੈਜ਼ ਬੀਨ ਅਡੋਪਟਡ ਐਜ਼ ਆਵਰ ਨੈਸ਼ਨਲ ਬਰਡ। ਉਦੋਂ ਇਹ ਨੈਸ਼ਨਲ ਪੰਛੀ ਜਿਹੜਾ, ਨੈਸ਼ਨਲ ਬਰਡ ਜਿਹੜਾ, ਇਹਨੂੰ ਅਡੋਪਟ ਕੀਤਾ ਗਿਆ ਗੌਰਮੈਂਟ ਆਫ ਇੰਡੀਆ ਵੱਲੋਂ। ਦਾ ਹੰਟਿੰਗ, ਸ਼ਿਕਾਰ, ਦਾ ਹੰਟਿੰਗ ਆਫ ਦਾ ਪੀਕੌਕ ਐਂਡ ਆਫ ਦਾ ਟਾਈਗਰ ਹੈਜ਼ ਨਾਓ ਬੀਨ ਬੈਨਡ। ਬੈਨ ਕੀਤੇ ਗਏ ਆ, ਬੈਨ ਕੀਤੇ ਗਏ ਦਾ ਮਤਲਬ ਪਾਬੰਦੀ ਲਾਈ ਗਈ ਹੈ। ਠੀਕ ਹੈ ਜੀ, ਪਾਬੰਦੀ ਲਗਾਈ। ਕਾਹਦੇ 'ਤੇ ਲਗਾਈ ਆ? ਇਹਨਾਂ ਦੇ ਮੋਰ ਦੇ ਤੇ ਸ਼ੇਰ ਦੇ ਸ਼ਿਕਾਰ ਦੇ ਉੱਪਰ। ਜੇਕਰ ਕੋਈ ਸ਼ਿਕਾਰ ਕਰਦਾ ਜਾਂ ਇਹਨਾਂ ਨੂੰ ਕੋਈ ਨੁਕਸਾਨ ਪਹੁੰਚਾਉਂਦਾ ਤੇ ਉਹ ਇੱਕ ਬੜਾ ਤਕੜਾ ਅਪਰਾਧ ਮੰਨਿਆ ਜਾਏਗਾ। ਸੋ ਨੁਕਸਾਨ ਤੇ ਕਿਸੇ ਜਾਨਵਰ ਨੂੰ ਵੀ ਨਹੀਂ ਪਹੁੰਚਾਉਣਾ ਚਾਹੀਦਾ, ਪਰੰਤੂ ਨੈਸ਼ਨਲ ਬਰਡ ਜਿਹੜਾ ਹੈਗਾ ਸਾਡਾ ਮੋਰ, ਤੇ ਜਾਂ ਨੈਸ਼ਨਲ ਐਨੀਮਲ ਜਿਹੜਾ ਟਾਈਗਰ ਆ, ਇਹਦੇ ਲਈ ਕਾਨੂੰਨੀ ਜੁਰਮ ਆ ਜੇਕਰ ਕੋਈ ਇਹਨੂੰ ਨੁਕਸਾਨ ਪਹੁੰਚਾਉਂਦਾ ਤੇ। ਨੈਕਸਟ ਇਜ਼ ਆਵਰ ਨੈਸ਼ਨਲ ਫਲਾਵਰ, ਦੈਟ ਇਜ਼ ਦਾ ਲੋਟਸ। ਕਮਲ ਦਾ ਜਿਹੜਾ ਫੁੱਲ ਆ ਉਹ ਜਿਹੜਾ ਉਹ ਸਾਡਾ ਨੈਸ਼ਨਲ ਫਲਾਵਰ ਆ। ਦਿਸ ਲਵਲੀ ਫਲਾਵਰ ਸਿੰਬਲਾਈਜ਼ਸ ਪਿਓਰਿਟੀ ਐਂਡ ਰਾਈਟੀਅਸਨੈਸ। ਇਹ ਕੀ ਕਰਦਾ? ਕਿਸ ਚੀਜ਼ ਨੂੰ ਸਿੰਬਲਾਈਜ਼ ਕਰਦਾ? ਸ਼ੁੱਧਤਾ ਨੂੰ ਅਤੇ ਨੇਕੀ ਨੂੰ। ਦੋਵਾਂ 'ਚ ਇਹ ਚੀਜ਼ਾਂ ਨੂੰ ਇਹ ਸਿੰਬਲਾਈਜ਼ ਕਰਦਾ। ਮੈਨੀ ਹਿੰਦੂ ਗॉड्स ਐਂਡ ਗॉडेसेस, ਦੇਵੀ ਤੇ ਦੇਵਤੇ, ਆਰ ਸ਼ੋਨ ਹੋਲਡਿੰਗ ਦਿਸ ਫਲਾਵਰ ਔਰ ਸੀਟਡ ਔਨ ਇਟ। ਉਹ ਤੁਸੀਂ ਵੇਖਿਆ ਬਹੁਤ ਸਾਰੇ ਹਿੰਦੂ ਦੇਵੀ ਦੇਵਤੇ ਜਾਂ ਤਾਂ ਇਸ ਕਮਲ ਦੇ ਫੁੱਲ ਦੇ ਉੱਪਰ ਬੈਠੇ ਹੋਣਗੇ, ਜਾਂ ਉਹਨਾਂ ਨੇ ਇਹ ਆਪਣੇ ਹੱਥ ਵਿੱਚ ਫੜਿਆ ਹੋਏਗਾ।
or seated on it, ਜਾਂ ਇਹਦੇ ਉੱਪਰ ਬੈਠੇ ਹੋਣਗੇ। The grace, ਸੁੰਦਰਤਾ and beauty of this flower is unmatched। ਇਹਦੀ ਜਿਹੜੀ ਗ੍ਰੇਸ ਆ, ਇਹਦੀ ਜਿਹੜੀ ਬਿਊਟੀ ਆ, ਉਹ ਬੇਨਜ਼ੀਰ ਆ, ਉਹ ਅਨਮੈਚਡ ਆ, ਉਹਦੇ ਵਰਗਾ ਕੋਈ ਹੋਰ ਹੋਰ ਕੋਈ ਨਹੀਂ। ਅਨਮੈਚਡ ਮਤਲਬ ਇਹਦੇ ਵਰਗਾ ਕੋਈ ਹੋਰ ਨਹੀਂ। All these national symbols play a vital role, ਮਹੱਤਵਪੂਰਨ। ਇਹ ਜਿਹੜੇ ਸਾਰੇ ਸਿੰਬਲ ਨੇ ਸਾਡੀ ਲਾਈਫ ਦੇ ਵਿੱਚ ਇੱਕ ਬੜਾ ਮਹੱਤਵਪੂਰਨ ਰੋਲ ਅਦਾ ਕਰਦੇ ਨੇ। ਦੇ ਇੰਸਪਾਇਰ, ਪ੍ਰੇਰਿਤ ਕਰਦੇ ਨੇ ਸਾਨੂੰ ਟੂ ਰਿਮੇਨ ਯੂਨਾਈਟਿਡ, ਕਿ ਅਸੀਂ ਇਕੱਠੇ ਰਹੀਏ, ਯੂਨਾਈਟਿਡ ਰਹੀਏ। ਦੇ ਐਨਕਰੇਜ, ਹੌਸਲਾ ਦਿੰਦੇ ਨੇ ਕਦ ਲਈ? us to uphold the great traditions and values of our culture, ਕਿ ਅਸੀਂ ਉਹਨਾਂ ਨੂੰ ਕਾਇਮ ਰੱਖੀਏ। ਕਿਹਨਾਂ ਚੀਜ਼ਾਂ ਨੂੰ ਕਾਇਮ ਰੱਖੀਏ? ਕਿਹਨਾਂ ਨੂੰ? ਦਾ ਗ੍ਰੇਟ ਟ੍ਰੈਡੀਸ਼ਨਸ, ਪਰੰਪਰਾਵਾਂ ਜਿਹੜੀਆਂ ਨੇ ਸਾਡੀਆਂ ਮਹਾਨ ਪਿਛਲੀਆਂ ਪਰੰਪਰਾਵਾਂ, ਉਹਨਾਂ ਨੂੰ, ਤੇ ਜਿਹੜੀਆਂ ਵੈਲਿਊਜ਼ ਆਫ ਆਵਰ ਕਲਚਰ ਆ, ਸਾਡੀ ਸੱਭਿਆਚਾਰ ਜਿਹੜਾ, ਉਹਦੀਆਂ ਕਦਰਾਂ ਕੀਮਤਾਂ ਨੂੰ ਅਸੀਂ ਜਿਹੜਾ ਉਹਨੂੰ ਕਾਇਮ ਰੱਖੀਏ। ਇਹ ਸਾਰੇ ਜਿੰਨੇ ਵੀ ਸਿੰਬਲਸ ਨੇ, ਨੈਸ਼ਨਲ ਸਿੰਬਲਸ ਨੇ, ਇਹਨਾਂ ਨੂੰ ਵੇਖ ਕੇ ਸਾਨੂੰ ਇੱਕ ਚੀਜ਼ ਦਾ ਪਤਾ ਲੱਗਦਾ ਕਿ ਇੰਡੀਆ ਜਿਹੜਾ ਵਾ ਉਹਦੇ ਵਿੱਚ ਜਿਹੜੇ ਆ ਬਹੁਤ ਸਾਰੇ ਕਲਚਰ ਨੇ। ਉਹਦੇ ਵਿੱਚ ਬੜੀ ਤਰ੍ਹਾਂ ਦੇ ਲੋਕ ਰਹਿੰਦੇ ਆ, ਬੜੀ ਤਰ੍ਹਾਂ ਦੀਆਂ ਸੱਭਿਅਤਾਵਾਂ ਰਹਿੰਦੀਆਂ ਨੇ, ਬੜੀ ਤਰ੍ਹਾਂ ਦੇ ਸੱਭਿਆਚਾਰ ਵਾਲੇ ਲੋਕ ਰਹਿੰਦੇ ਆ। ਸੋ ਇਹ ਸਿੰਬਲ ਕਿਉਂਕਿ ਸਾਰਿਆਂ ਦੇ ਸਾਂਝੇ ਨੇ, ਵੱਖਰੇ ਬੜੇ ਤਰੀਕੇ ਨਾਲ ਗੌਰਮੈਂਟ ਆਫ ਇੰਡੀਆ ਨੇ ਇਹਨਾਂ ਨੂੰ ਅਡਾਪਟ ਕੀਤਾ। ਇਹਨਾਂ ਨੂੰ ਵੇਖ ਕੇ ਸਾਨੂੰ ਇਹ ਲੱਗਦਾ ਕਿ ਅਸੀਂ ਸਾਰੇ ਇੰਡੀਆ ਦੇ ਵਾਸੀ ਜਿਹੜੇ ਆ, ਅਸੀਂ ਇਕੱਠੇ ਆ, ਅਤੇ ਇਕੱਠੇ ਰਹਿਣਾ ਵੀ ਚਾਹੀਦਾ। ਇੱਕ ਦੂਸਰੇ ਦੇ ਕਲਚਰ ਦਾ, ਇੱਕ ਦੂਸਰੇ ਦੀ ਸੱਭਿਅਤਾ ਦਾ, ਜਾਂ ਉਹਦੀ ਜਿਹੜਾ ਹੈਗਾ ਉਹਦੀ ਸੱਭਿਆਚਾਰ ਆ, ਉਹਨਾਂ ਦੀਆਂ ਦੂਸਰਿਆਂ ਦੀਆਂ ਜਿਹੜੀਆਂ ਕਦਰਾਂ ਕੀਮਤਾਂ ਨੇ, ਨੈਤਿਕ ਕਦਰਾਂ ਕੀਮਤਾਂ, ਜਾਂ ਦੂਜਿਆਂ ਦੀਆਂ ਪਰੰਪਰਾਵਾਂ ਨੇ ਜਿਹੜੀਆਂ, ਉਹਨਾਂ ਸਾਰਿਆਂ ਦਾ ਸਤਿਕਾਰ ਕਰਨਾ ਜਿਹੜਾ ਉਹ ਸਾਡਾ ਸਾਰਿਆਂ ਦਾ ਇੱਕ ਦੂਜੇ ਦਾ ਫਰਜ਼ ਬਣਦਾ। ਤਾਂ ਹੀ ਦੇਸ਼ ਦੇ ਵਿੱਚ ਯੂਨਿਟੀ ਰਹੇਗੀ, ਤਾਂ ਹੀ ਦੇਸ਼ ਦੇ ਵਿੱਚ ਇਕੱਠ ਰਹੇਗਾ। ਸੋ ਬੱਚਿਓ, ਇਹ ਸੀ ਸਾਡਾ ਲੈਸਨ ਆਫ ਕਲਾਸ 8th। ਇਹਦਾ ਜਿਹੜਾ ਨੇਮ ਹੈ ਸਿੰਬਲ, ਨੈਸ਼ਨਲ ਸਿੰਬਲਸ। ਠੀਕ ਹੈ ਜੀ। ਇਸ ਨੂੰ ਤੁਸੀਂ ਬਾਰ-ਬਾਰ ਵਾਚ ਕਰ ਸਕਦੇ ਹੋ ਵੀਡੀਓ ਨੂੰ ਰੀਪਲੇ ਕਰਕੇ। ਅਗਰ ਤੁਹਾਨੂੰ ਸਾਡੀ ਇਹ ਵੀਡੀਓ ਅੱਛੀ ਲੱਗੀ ਆ, ਇਹਨੂੰ ਸੁਣ ਕੇ ਸਮਝ ਕੇ ਤੁਹਾਨੂੰ ਹੌਸਲਾ ਮਿਲਿਆ, ਤੁਹਾਡੀ ਜਿਹੜੀ ਆ ਕੋਈ ਜਿਹੜੀ ਕਲਾਸ ਹੈ ਉਹਦੇ ਵਿੱਚ ਤੁਹਾਡੀ ਇੰਪਰੂਵਮੈਂਟ ਹੋ ਰਹੀ ਆ, ਅਤੇ ਇਸ ਨੂੰ ਲਾਈਕ ਵੀ ਜ਼ਰੂਰ ਕਰੋ, ਸ਼ੇਅਰ ਵੀ ਕਰੋ, ਅਤੇ ਕਮੈਂਟ ਬਾਕਸ ਵਿੱਚ ਕਮੈਂਟ ਜ਼ਰੂਰ ਕਰਕੇ ਦੱਸੋ ਕਿ ਤੁਹਾਨੂੰ ਇਹ ਵੀਡੀਓ ਕਿਹੋ ਜਿਹੀ ਲੱਗੀ ਹੈ। ਥੈਂਕ ਯੂ ਸੋ ਮਚ।